साहिब जी हम सर दीन दयाल न तुम सर अब पतियार क्या कीजै बचनी तोर मोर मन मानै जन को पूरन दीजै हाँ बल बल जाओ रमैया कारने कारण कवन अबोल बहुत जन्म बिछरे थे माधो एहो जन्म तुम्हारे लेखे कह रवदास आस लग जीवो चिर भयो दर्शन देखे। कोट ब्रह्मंडां दे मालिक अंतरजामी धन धन साहिब श्री गुरु ग्रंथ साहिब महाराज जी दी पावन पवित्र हजूरी विच हाजरीन गुरु प्यारी साध संगत जी आओ सारियां संगतां गुर बख्शिश गुर फतेह दी सांझ करिए प्यार नाल आखो जी वाहिगुरु जी का खालसा वाहिगुरु जी की फतेह। पातशाह श्री गुरु ग्रंथ साहिब महाराज जी ने किरपा करके कलयुगी जीवां नूं अपने दर्शन बख्श के किरतार्थ किया है। गुरु साहिब जी अमृत वेले तो तख्तां पर सुभायमान होकर दर्शन बख्शिश कर रहे हैं। अमृत बाणियां दी नितनेम दी सेवा हुई। श्री आसा जी की वार दे कीर्तन गुरु घर दे कीर्तनिया गुरसिखां ने आप संगतां नूं सरवण कराए। भाई सब शब्द पढ़ रहे सन इस शरीरा मेरिया इस जग मह आए कै क्या तुद कर्म कमाया। गुरबाणी मनुख नूं अपने आप नाल जुड़न दी प्रेरणा दिंदी है कि जे कुछ जानना है तो अपने बारे भी जान। असीं बाहर बारे जानन विच बहुत मुहारत रखते हाँ, दूसरियां दे जीवन बारे सानू बहुत जानकारी है, पर बाणी कहंदी अपने बारे कितना क पता है। कदे अपने आप नूं भी सवाल करके शरीरा मेरिया इस जग में आए कै क्या तुद कर्म कमाया। आखिर वो किहड़ा कारज है जिहदे तू मान कर सके भी मैं मनुख बन के महान कारज किया तो मैनूं इहदे ते मान है। जेकर जिंदगी विच कोई इन्ना चंगा कारज कर ही नहीं पाए जिहदे ते मान कर सकीए तो बाणी बहुत सख्त शब्द वरतदी है। बाणी कहंदी जेह नार राम भगत नहीं साधी जन्मत कस ना मोयो अपराधी। कहंदे जिहड़े मनुख ने महान कारज परमात्मा की याद जुड़न का नहीं किया चंगा हुंदा वो मनुख जन्म तो उपरंत उस वेले ही मर जांदा, क्योंकि सारी जिंदगी विच उन्हें अन्न देवता पानी देवता बैसंतर देवता लूण पंजवा पाया किरत ता होआ पाक पवित पापी स्यो तन गड्डिया थुक्कां पईयां तित। सारी उम्र पवित्र अन्न हवा पानी सब कुछ वरत्या और उन्होंने अपवित्र करके छड्डिया।
ਕਹਿੰਦੇ ਇੰਨਾ ਅੰਨ ਹਵਾ ਤੇ ਪਾਣੀ ਗਵਾਉਣ ਦਾ ਕੀ ਫਾਇਦਾ ਸੀ ਜੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਤਾਂ। ਸ਼ੇਖ ਫਰੀਦ ਜੀ ਬੜੇ ਸਖਤ ਸ਼ਬਦ ਲਿਖਦੇ ਆ, ਉਹ ਕਹਿੰਦੇ ਫਰੀਦਾ ਜੇ ਦੇਹ ਨਾਲਾ ਕੱਪਿਆ, ਜੇ ਗਲ ਕੱਪੇ ਚੁੱਕ, ਪਵਨ ਨਾ ਇਤੀ ਮਾਮਲੇ ਸਹਾ ਨਾ ਇਤੀ ਦੁੱਖ। ਕਹਿੰਦੇ ਹੇ ਬੀਬੀ, ਕਿਉਂਕਿ ਉਹਨਾਂ ਵੇਲਿਆਂ ਵਿੱਚ ਜਿਹੜੀਆਂ ਬੀਬੀਆਂ ਬਾਲਕ ਦੇ ਜਨਮ ਵੇਲੇ ਸੇਵਾ ਨਿਭਾਉਂਦੀਆਂ ਸਨ ਉਹਨਾਂ ਨੂੰ ਦਾਈਆਂ ਕਿਹਾ ਜਾਂਦਾ ਸੀ, ਦਾਈ ਆਖਿਆ ਜਾਂਦਾ ਸੀ। ਹੁਣ ਡਾਕਟਰ ਨੇ, ਨਰਸਾਂ ਨੇ, ਪਰ ਪ੍ਰਕਿਰਿਆ ਉਹੀ ਹੈ। ਬੱਚੇ ਦੀ ਖੁਰਾਕ ਵਾਲੀ ਨਲੀ ਕੱਟਣੀ ਪੈਂਦੀ ਹੈ ਔਰ ਉਸ ਨਲੀ ਨੂੰ ਉਸ ਵੇਲੇ ਜਾਂ ਹੁਣ ਵੀ ਪੰਜਾਬ ਵਿੱਚ ਨਾੜੂ ਛੇਕਣਾ ਜਾਂ ਕੱਟਣਾ ਕਹਿੰਦੇ ਹੈ। ਤੇ ਸ਼ੇਖ ਫਰੀਦ ਜੀ ਕਹਿੰਦੇ ਜੇ ਦੇਹ ਨਾਲਾ ਕੱਪਿਆ, ਕਹਿੰਦੇ ਜਿਹੜੇ ਹਥਿਆਰ ਨਾਲ ਉਹ ਨਾੜੀ ਕੱਟੀ ਸੀ ਨਾ, ਜੇ ਗਲ ਕੱਪੇ ਚੁੱਖ, ਕਹਿੰਦੇ ਨਿੱਕਾ ਜਿਹਾ ਚੁੱਖ, ਨਿੱਕਾ ਜਿਹਾ ਗਲ ਸੀ ਤੇ ਉਹ ਵੀ ਭੋਰਾ ਕੱਟ ਦਿੰਦੇ। ਪਵਨ ਨਾ ਇਤੀ ਮਾਮਲੇ ਸਹਾ ਨਾ ਇਤੀ ਦੁੱਖ, ਕਿਉਂਕਿ ਉੱਤਮ ਕਾਰਜ ਤੇ ਕੀਤਾ ਨਹੀਂ, ਪਾਪ ਹੀ ਕਮਾਏ। ਹੁਣ ਉਹਨਾਂ ਪਾਪਾਂ ਦੇ ਦੁੱਖ ਭੋਗਣੇ ਪੈਣਗੇ। ਇਹਦੇ ਤੋਂ ਚੰਗਾ ਸੀ ਕਿ ਜਨਮ ਸਾਰ ਹੀ ਮਰ ਜਾਂਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਦੇਖ, ਪਰਮਾਤਮਾ ਨੇ ਤਾਂ ਤੈਨੂੰ ਪੁੱਛਣਾ ਹੈ ਵੀ ਤੂੰ ਸੰਸਾਰ ਵਿੱਚ ਗਿਆ ਸੀ, ਕੀ ਕਰਕੇ ਆਇਆ ਹੈ। ਕਦੇ ਆਪਣੇ ਆਪ ਨਾਲ ਵੀ ਗੱਲ ਕਰਿਆ ਕਰ, ਕਿਉਂਕਿ ਆਪਣਾ ਹਿਸਾਬ ਕਿਤਾਬ ਆਪ ਨੂੰ ਵੀ ਰੱਖਣਾ ਪਵੇਗਾ। ਜਦੋਂ ਅਸੀਂ ਆਪਣਾ ਸਾਰਾ ਹਿਸਾਬ ਕਿਤਾਬ ਛੱਡ ਦਿੱਤਾ, ਕੋਈ ਲੇਖਾ ਜੋਖਾ ਹੀ ਨਾ ਕੀਤਾ ਵੀ ਕੱਲ ਕੀ ਕੀਤਾ ਸੀ, ਅੱਜ ਕੀ ਕਰ ਰਿਹਾ ਹੈ, ਕੱਲ ਕੀ ਕਰਨਾ ਹੈ, ਤਾਂ ਜ਼ਿੰਦਗੀ ਬਿਲਕੁਲ ਬੇਮਰਿਆਦਾ ਹੋ ਜਾਵੇਗੀ, ਅਸੂਲਾਂ ਤੋਂ ਨਿਯਮਾਂ ਤੋਂ ਬਾਹਰ ਚਲੇ ਜਾਏਗੀ ਔਰ ਜੀਵਨ ਵਿੱਚ ਕੋਈ ਸਫਲ ਕਾਰਜ ਨਹੀਂ ਹੋ ਸਕੇਗਾ। ਗੁਰੂ ਪਾਤਸ਼ਾਹ ਜੀ ਕਹਿੰਦੇ ਰੋਜ਼ਾਨਾ ਹੀ ਆਪਣੇ ਆਪ ਨੂੰ ਪੁੱਛਿਆ ਕਰ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਆਪਣੀ ਕੋਈ ਥੋੜੀ ਜਿਹੀ ਵੀ ਮਦਦ ਕਰੇ ਸੰਸਾਰ ਵਿੱਚ, ਨਿਯਮ ਅਨੁਸਾਰ ਉਹਦਾ ਧੰਨਵਾਦ ਕਰਨਾ ਬਣਦਾ ਹੈ। ਉਹਦਾ ਧੰਨਵਾਦ ਕਰੀਦਾ ਹੈ ਕਿ ਇਸ ਨੇ ਮੇਰੀ ਮਦਦ ਕੀਤੀ ਹੈ। ਕਹਿੰਦੇ ਜਿਸ ਪਰਮਾਤਮਾ ਨੇ ਤੇਰੀ ਰਚਨਾ ਹੀ ਰਚੀ ਹੈ, ਜਿਸ ਪਰਮਾਤਮਾ ਨੇ ਤੇਰੀ ਹੋਂਦ ਨੂੰ ਸਿਰਜਿਆ ਹੈ, ਉਸ ਪਰਮਾਤਮਾ ਦਾ ਕਿੰਨਾ ਕੁ ਸ਼ੁਕਰ ਕਰੇ, ਫਿਰ ਵੀ ਥੋੜਾ ਹੈ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਤੇ ਰਚਨਾ ਵੀ ਬੜੇ ਵਿਚਿੱਤਰ ਢੰਗ ਨਾਲ ਰਚੀ ਕਿਉਂ ਨਾ। ਉਹ ਕਹਿੰਦੇ ਆਪਾਂ ਮਿੱਟੀ ਦੇ ਪੁਤਲੇ ਆ। ਹੁਣ ਬੰਦੇ ਨੂੰ ਮਿੱਟੀ ਨਾਲ ਤੁਲਨਾ ਦਿੱਤੀ ਜਾਵੇ ਤੇ ਬੰਦੇ ਨੂੰ ਆਪਣੀ ਤੋਹੀਨ ਮਹਿਸੂਸ ਹੁੰਦੀ ਹੈ ਵੀ ਇਹ ਗਲਤ ਗੱਲ ਹੈ, ਮੈਨੂੰ ਮਿੱਟੀ ਨਾਲ ਕਿਉਂ ਤੁਲਨਾ ਦਿੱਤੀ ਜਾਂਦੀ ਹੈ। ਪਰ ਬਾਣੀ 'ਚ ਤੇ ਵਾਰ-ਵਾਰ ਕਿਹਾ, ਕਬੀਰਾ ਧੂਰ ਸਕੇਲ ਕੈ ਪੁਰੀਆਂ ਬਾਂਧੀ, ਦੇਹ ਦਿਵਸ ਚਾਰ ਕੋ ਪੇਖਣਾ, ਅੰਤ ਖੇਹ ਕੀ ਖੇਹ। ਕਹਿੰਦੇ ਮਿੱਟੀ 'ਚੋਂ ਬਣਾਇਆ ਤੇ ਅੰਤ ਮਿੱਟੀ ਵਿੱਚ ਰਲ ਜਾਣਾ ਹੈ। ਹੁਣ ਮਿੱਟੀ ਵਿੱਚੋਂ ਸਿਰਜਣਾ ਕਿਵੇਂ ਹੁੰਦੀ ਹੈ, ਸੋਚਣ ਵਾਲੀ ਗੱਲ ਹੈ। ਮਨੁੱਖ ਦੀ ਸਿਰਜਣਾ ਵਿੱਚ ਮਿੱਟੀ ਦੀ ਅਹਿਮ ਭੂਮਿਕਾ ਹੈ, ਕਿਉਂਕਿ ਆਪਾਂ ਮਾਤਾ ਪਿਤਾ ਤੋਂ ਜਨਮ ਲਿਆ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰ। ਤੇ ਮਾਤਾ ਪਿਤਾ ਵਿੱਚ ਇਹ ਸਰੀਰਕ ਸ਼ਕਤੀ ਅਨਾਜ ਤੋਂ ਪ੍ਰਾਪਤ ਹੁੰਦੀ ਹੈ। ਅਨਾਜ ਜਿੰਨਾ ਵੀ ਹੈ ਉਹ ਮਿੱਟੀ ਵਿੱਚੋਂ ਬਣਦਾ ਹੈ, ਕਿਉਂਕਿ ਜਿਹੜਾ ਮੂਲ ਬੀਜ ਅਸੀਂ ਮਿੱਟੀ 'ਚ ਬੀਜਦੇ, ਮੰਨ ਲਓ ਪ੍ਰਮੁੱਖ ਰੂਪ 'ਚ ਆਪਾਂ ਕਣਕ ਖਾਂਦੇ ਹਾਂ, ਕਣਕ ਦਾ ਦਾਣਾ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ ਤੇ ਬੀਜਣ ਤੋਂ ਕੁਝ ਦਿਨਾਂ ਬਾਅਦ ਉਸ ਦਾਣੇ ਵਿੱਚੋਂ ਇੱਕ ਪੌਦਾ ਜਨਮ ਲੈਂਦਾ ਹੈ। ਉਹ ਦਾਣਾ ਖਤਮ ਹੋ ਜਾਂਦਾ, ਉਹਦੀ ਕੋਈ ਨਿਸ਼ਾਨੀ, ਕੋਈ ਹੋਂਦ ਨਹੀਂ ਰਹਿੰਦੀ। ਫਿਰ ਉਸ ਪੌਦੇ ਵਿੱਚੋਂ ਅਨੇਕਾਂ ਦਾਣੇ ਜਨਮ ਲੈਂਦੇ ਆ, ਪਰ ਉਸੇ ਇੱਕ ਦਾਣੇ ਨੂੰ ਅਸੀਂ ਜੇ ਮਿੱਟੀ ਵਿੱਚ ਨਹੀਂ ਬੀਜਾਂਗੇ, ਉਹਨੂੰ ਅਸੀਂ ਕਿਸੇ ਕੱਪੜੇ 'ਚ ਰੱਖ ਲਾਂਗੇ, ਕਿਸੇ ਭਾਂਡੇ 'ਚ ਰੱਖ ਲਾਂਗੇ, ਜਿੰਨੀ ਮਰਜ਼ੀ ਖੁਰਾਕ ਦਈਏ, ਉਹ ਇੱਕ ਦਾਣਾ ਅਨੇਕਾਂ ਦਾਣਿਆਂ 'ਚ ਨਹੀਂ ਬਦਲੇਗਾ। ਜਿੰਨੇ ਵੀ ਅਨੇਕਾਂ ਦਾਣੇ ਬਣਦੇ ਆ, ਅਸਲ ਵਿੱਚ ਉਹ ਮਿੱਟੀ ਦਾ ਹੀ ਵਿਕਸਿਤ ਹੋਇਆ ਰੂਪ ਹੁੰਦਾ, ਕਿਉਂਕਿ ਜਿਹੜੇ ਦਾਣੇ ਅਸੀਂ ਬੀਜ ਕੇ ਆਏ ਸੀ ਉਹ ਦਾਣੇ ਤਾਂ ਖਤਮ ਹੋ ਗਏ। ਪੰਜਾਬ ਵਿੱਚ ਪ੍ਰਤੀ ਏਕੜ 40 ਤੋਂ 50 ਕਿਲੋ ਬੀਜ ਕਣਕ ਦਾ ਬੀਜਿਆ ਜਾਂਦਾ ਹੈ ਔਰ ਤਕਰੀਬਨ 10 ਤੋਂ 15-20 ਕੁਇੰਟਲ ਤੱਕ ਜਿਹੜੀ ਕਣਕ ਹੈ ਉਹ ਇੱਕ ਏਕੜ ਵਿੱਚੋਂ ਪ੍ਰਾਪਤ ਹੁੰਦੀ ਹੈ। ਔਰ ਉਹ ਜਿੰਨੀ ਵੀ ਕਣਕ ਹੈ ਜਾਂ ਚੌਲ ਨੇ ਜਾਂ ਫਰੂਟ ਹੈ ਜਾਂ ਦੁੱਧ ਹੈ,
इस सब कुछ का मूल मिट्टी है, उसनों मनुख खांदा है और ਉਹਦੇ ਵਿੱਚ ਇਹ ਸਰੀਰਕ ਤਾਕਤ ਬਣਦੀ ਹੈ, ਸੰਤਾਨ ਦਾ ਜਨਮ ਹੁੰਦਾ ਹੈ। ਤੇ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ ਫਿਰ ਉਹਨੂੰ ਵਿਕਸਿਤ ਹੋਣ ਲਈ, ਵਧਣ ਫੁੱਲਣ ਲਈ ਖੁਰਾਕ ਦੀ ਲੋੜ ਹੈ। ਤੇ ਉਹ ਖੁਰਾਕ ਵੀ ਸਾਰੀ ਅਨਾਜ ਦੁੱਧ ਤੋਂ ਮਿਲਣੀ ਹੈ, ਜਿਹੜਾ ਮਿੱਟੀ ਵਿੱਚੋਂ ਹੀ ਆਇਆ ਹੈ। ਬਾਣੀ ਨੇ ਆਖਿਆ ਰੱਬ ਦੀ ਬਹੁਤ ਵੱਡੀ ਰਚਨਾ ਹੈ। ਸਾਇੰਸ ਕੋਲ ਇਹੋ ਜਿਹਾ ਕੋਈ ਪ੍ਰਬੰਧ ਨਹੀਂ ਕਿ ਮਿੱਟੀ ਤੋਂ ਮਨੁੱਖ ਬਣਾ ਦੇਵੇ, ਪਰ ਪਰਮਾਤਮਾ ਨੇ ਬਣਾਤਾ। ਜੇ ਪਰਮਾਤਮਾ ਨੂੰ ਯਾਦ ਨਾ ਕੀਤਾ, ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ। ਆ ਬਹੁਤ ਸਾਰੀ ਮਿੱਟੀ ਰੁਲ ਰਹੀ ਹੈ, ਕਹਿੰਦੇ ਇਸੇ ਮਿੱਟੀ ਵਿੱਚ ਤੂੰ ਵੀ ਰੁਲ ਜਾਣਾ, ਅਖੀਰ ਤੂੰ ਵੀ ਇਹਦੇ 'ਚ ਰਲ ਜਾਣਾ ਹੈ। ਕਿੰਨਾ ਚੰਗਾ ਹੈ ਕਿ ਜਿਨ ਹਰ ਤੇਰਾ ਰਚਨ ਰਚਿਆ, ਉਸ ਪਰਮਾਤਮਾ ਨੂੰ ਤੂੰ ਆਪਣੇ ਮਨ 'ਚ ਵਸਾ ਲੈ। ਪਰ ਗੁਰੂ ਅਮਰਦਾਸ ਜੀ ਕਹਿੰਦੇ ਮਨ ਨਾ ਵਸਾਇਆ। ਮਨੁੱਖ ਨੇ ਸਿਰਜਣਹਾਰ ਪਰਮਾਤਮਾ ਨੂੰ ਭੁਲਾਇਆ ਹੋਇਆ ਹੈ। ਆਪਾਂ ਰੋਜ਼ ਸੰਗਤ ਵਿੱਚ ਆਉਂਦੇ ਹਾਂ, ਵਾਹਿਗੁਰੂ ਜੀ ਮਿਹਰਬਾਨ ਨੇ, ਸਾਨੂੰ ਜੁੜਨ ਦਾ ਸਮਾਂ ਬਖਸ਼ਦੇ, ਪਰ ਵਿਕਾਸ ਹੋਣਾ ਜ਼ਰੂਰੀ ਹੈ, ਤਰੱਕੀ ਕਰਨੀ ਜ਼ਰੂਰੀ, ਕਿ ਆਪਾਂ ਇੱਥੇ ਨਹੀਂ ਖੜ ਜਾਣਾ, ਇੱਥੋਂ ਵੀ ਅੱਗੇ ਵਧਣਾ ਹੈ। ਕਿ ਸੰਗਤ ਵਿੱਚੋਂ ਗੁਣ ਗ੍ਰਹਿਣ ਕਰਨੇ ਨੇ। ਜਿਵੇਂ ਗੁਰੂ ਅਕਾਲ ਪੁਰਖ ਨਾਲ ਜੋੜਦਾ, ਉਵੇਂ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਬੜੇ ਹੀ ਪਿਆਰ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਸਿੱਖ ਪੜ੍ਹ ਰਹੇ ਸੀ ਕਿ ਆਪਣੇ ਆਪ ਨੂੰ ਪੁੱਛ, ਇਹ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ। ਸੋ ਆਓ ਹੁਣ ਸਮਾਂ ਹੋਇਆ ਹੈ ਬਖਸ਼ਿਸ਼ ਰੂਪ ਵਿੱਚ ਅੱਜ ਜੋ ਸਤਿਗੁਰੂ ਜੀ ਨੇ ਮੁੱਖ ਵਾਕ ਉਸ ਦੀ ਵਿਚਾਰ ਦਾ, ਆਓ ਪਿਆਰ ਨਾਲ ਵਿਚਾਰ ਨਾਲ ਜੁੜੀਏ। ਸਮੇਂ ਅਤੇ ਸਵਾਸਾਂ ਨੂੰ ਗੁਰੂ ਲੇਖੇ ਲਾਈਏ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। जब हम होते तब तू नाही, अब तू ही मैं नाही। अनल अगम जैसे लहर मह ओदद, जल केवल जल माही। धन साहिब श्री गुरु ग्रंथ साहिब जी दे ਸੋਰਠ ਰਾਗ ਵਿੱਚ ਪਵਿੱਤਰ ਅੰਗ ਨੰਬਰ 657 ਉੱਪਰ ਭਗਤ ਰਵਿਦਾਸ ਜੀ ਦਾ ਇਹ ਪਵਿੱਤਰ ਸ਼ਬਦ ਹੈ। ਇਸ ਪਵਿੱਤਰ ਸ਼ਬਦ ਦੇ ਰਹਾਉ ਦੇ ਬੋਲ ਜਿਹੜੇ ਹਨ, ਉਸ ਵਿੱਚ ਭਗਤ ਸਾਹਿਬ ਜੀ ਨੇ ਜਿਹੜਾ ਸੰਦੇਸ਼ ਬਖਸ਼ਿਆ ਹੈ, ਮਾਧਵੇ ਕਿਆ ਕਹੀਐ ਭ੍ਰਮੇ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੜੀ ਭਗਤਾਂ ਦੀ ਬਾਣੀ ਹੈ, ਉਸ ਦੇ ਸਿਰਲੇਖ ਗੁਰੂ ਅਰਜਨ ਸਾਹਿਬ ਜੀ ਨੇ ਆਪ ਅੰਕਿਤ ਕੀਤੇ ਹਨ। ਕਿਉਂਕਿ ਜਿਸ ਵੇਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਅੰਕਿਤ ਕਰ ਰਹੇ ਸਨ, ਤਾਂ ਉਹਨਾਂ ਨੇ ਇੱਕ ਸਾਰਤਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾ ਜਿਹੜਾ ਸ਼ਬਦ ਹੈ, ਉਸ ਦੀ ਸਿਰਜਣਾ ਸ਼ਬਦ ਦੇ ਆਰੰਭ ਵਿੱਚ ਕੀਤੀ ਹੈ। ਕਿਉਂਕਿ ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਬਾਣੀ ਭਾਵੇਂ ਭਗਤ ਸਾਹਿਬਾਨਾਂ ਦੀ ਹੈ, ਭਾਵੇਂ ਭੱਟ ਸਾਹਿਬਾਨਾਂ ਦੀ ਹੈ, ਇੱਕੋ ਵਿਚਾਰਧਾਰਾ ਹੈ। ਇਹਦੇ ਵਿੱਚ ਦੂਜੀ ਵਿਚਾਰਧਾਰਾ ਸ਼ਾਮਲ ਨਹੀਂ ਕੀਤੀ ਗਈ। ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਬਾਣੀ ਅੰਕਿਤ ਕਰ ਰਹੇ ਸੀ ਨਾ, ਉਸ ਵੇਲੇ ਸਰਕਾਰੀ ਭਗਤ ਆਏ ਸੀ ਗੁਰੂ ਅਰਜਨ ਸਾਹਿਬ ਜੀ ਕੋਲ, ਕਾਨਾ, ਛੱਜੂ, ਪੀਲੂ, ਸ਼ਾਹ ਹੁਸੈਨ। ਤੁਸੀਂ ਸੋਚੋਗੇ ਕਿ ਭਗਤ ਤੇ ਭਗਤ ਹੁੰਦਾ ਹੈ, ਸਰਕਾਰੀ ਭਗਤ ਦਾ ਕੀ ਮਤਲਬ ਹੋਇਆ? ਅਸਲ ਵਿੱਚ ਉਸ ਵੇਲੇ ਮੁਗਲ ਹਕੂਮਤ ਭਾਰਤ ਤੇ ਕਾਬਜ ਸੀ, ਤੇ ਭਾਰਤੀ ਲੋਕਾਂ ਨੂੰ ਆਪਣੇ ਗੁਲਾਮ ਰੱਖਣ ਲਈ ਉਹਨਾਂ ਨੇ ਭਾਰਤੀ ਲੋਕਾਂ ਵਿੱਚੋਂ ਹੀ ਕੁਝ ਧਾਰਮਿਕ ਨੁਮਾਇੰਦੇ ਚੁਣੇ ਸਨ, ਜਿਹੜੇ ਹਕੂਮਤ ਦੇ ਹੱਕ ਵਿੱਚ ਭੁਗਤਦੇ ਔਰ ਭਾਰਤੀ ਹਕੂਮਤ ਦੇ ਹੱਕ ਵਿੱਚ ਭੁਗਤ ਕੇ ਆਮ ਲੋਕਾਂ ਨੂੰ ਇੱਕ ਵਹਿਮ ਦੇ ਛੱਡਦੇ ਕਿ ਇਹ ਹਕੂਮਤ ਆਪਣੇ ਲਈ ਠੀਕ ਹੈ। ਆਜ਼ਾਦੀ ਦੀ ਕੋਈ ਗੱਲ ਨਾ ਆਪ ਕਰਦੇ, ਨਾ ਲੋਕਾਂ ਦੇ ਅੰਦਰ ਆਜ਼ਾਦੀ ਦੀ ਗੱਲ ਪੈਦਾ ਹੋਣ ਦਿੰਦੇ। ਕਿਉਂਕਿ ਜਿਹੜਾ ਜਹਾਂਗੀਰ ਬਾਦਸ਼ਾਹ ਸੀ, ਇਹਦਾ ਵਜ਼ੀਰ ਸੀ ਚੰਦੂ, ਤੇ ਚੰਦੂ ਕਲਾਨੌਰ ਦੇ ਰਹਿਣ ਵਾਲਾ ਸੀ। ਚੰਦੂ ਦੇ ਚਾਚੇ ਦਾ ਪੁੱਤ ਸੀ ਛੱਜੂ, ਤੇ ਛੱਜੂ ਨੂੰ ਲਾਹੌਰ ਵਿੱਚ ਲਿਆ ਕੇ ਸਥਾਪਿਤ ਕੀਤਾ ਸੀ ਔਰ ਉਹਦੇ ਬਾਰੇ ਸਰਕਾਰੀ ਪ੍ਰਚਾਰ ਕੀਤਾ ਸੀ
ਜੋ ਸੁਖ ਬਲਖ ਨਾ ਬੁਖਾਰੇ ਸੋ ਸੁਖ ਛੱਜੂ ਦੇ ਚਬਾਰੇ। ਲੋਕਾਂ ਦੇ ਉੱਪਰ ਇੱਕ ਪ੍ਰਭਾਵ ਪਾਇਆ ਸੀ ਕਿ ਬਹੁਤ ਵੱਡਾ ਭਗਤ ਹੈ। ਇਹਨਾਂ ਨੂੰ ਭੇਜਿਆ ਚੰਦੂ ਨੇ ਵੀ ਤੁਸੀਂ ਵੀ ਜਾਓ, ਗੁਰੂ ਅਰਜਨ ਦੇਵ ਜੀ ਕਿੰਨਾ ਸਮਾਂ ਪਹਿਲਾਂ ਹੋ ਗਏ ਭਗਤਾਂ ਦੀ ਬਾਣੀ ਤਾਂ ਲਿਖ ਰਹੇ ਆ, ਤੁਹਾਡੀ ਵੀ ਬਾਣੀ ਲਿਖ ਲੈਣ। ਜਦੋਂ ਇਹਨਾਂ ਨੇ ਆ ਕੇ ਆਖਿਆ ਮਹਾਰਾਜ ਕਹਿੰਦੇ ਬਾਣੀ ਸੁਣਾਓ, ਇਹਨਾਂ ਨੇ ਆਪਣੀ ਰਚਨਾ ਆਪਣੀ ਆਪਣੀ ਕਵਿਤਾ ਸੁਣਾਈ, ਜਿਹਦੇ ਵਿੱਚੋਂ ਮਹਾਰਾਜ ਨੇ ਆਖਿਆ ਵੀ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਨਹੀਂ ਜਿਹੜੀ ਉਹ ਪ੍ਰਗਟ ਹੋ ਰਹੀ, ਕੋਈ ਅਕਾਲ ਪੁਰਖ ਦੀ ਮਰਿਆਦਾ ਦੇ ਬੋਲ ਨਹੀਂ ਸਪਸ਼ਟ ਹੋ ਰਹੇ। ਇਹ ਤਾਂ ਤੁਹਾਡੀ ਆਪਣੀ ਹਉਮੈ, ਤੁਹਾਡੀ ਆਪਣੀ ਈਰਖਾ, ਤੁਹਾਡੀ ਆਪਣੀ ਨਫ਼ਰਤ ਜਿਹੜੀ ਹੈ, ਕਿਉਂਕਿ ਸਮਾਂ ਬੜਾ ਥੋੜ੍ਹਾ ਹੈ, ਆਪਾਂ ਉਹ ਸਾਰੇ ਬੋਲ ਨਹੀਂ ਸਾਂਝੇ ਕਰ ਸਕਦੇ ਜਿਹੜੇ ਉਹਨਾਂ ਬੋਲੇ। ਚਲੋ ਇੱਕੋ ਹੀ ਜਿਹੜਾ ਬੋਲ ਸੀ ਉਹ ਪੀਲੂ ਨੇ ਆਖਿਆ, ਉਹ ਆਪਾਂ ਸਾਂਝਾ ਕਰਦੇ। ਕਹਿੰਦੇ ਕਾਗਦ ਸੰਧੀ ਪੂਤਰੀ ਤਉ ਨਾ ਤਰਿਆ ਨਿਹਾਰ। ਕਹਿੰਦੇ ਮਹਾਰਾਜ ਮੈਂ ਰਚਨਾ ਲਿਖੀ ਹੈ ਵੀ ਔਰਤ ਤੇ ਕਾਗਜ਼ ਦੀ ਵੀ ਨਹੀਂ ਵੇਖਣੀ ਚਾਹੀਦੀ। ਮਹਾਰਾਜ ਕਹਿੰਦੇ ਕਿਵੇਂ ਲਿਖ ਲਈਏ, ਕਿਉਂਕਿ ਇਹਦੇ 'ਚ ਤੈਅ ਲਿਖਿਆ ਹੈ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮਹਿ ਰਾਜਾਨ। ਇਹਦੇ ਵਿਰੋਧਤਾ ਹੀ ਬਹੁਤ ਵੱਡੀ ਹੋ ਜਾਵੇਗੀ, ਪੱਖ ਹੀ ਬੜੇ ਦੂਰ ਚਲੇ ਜਾਣਗੇ। ਅਸਲ ਵਿੱਚ ਪਿਆਰਿਓ ਸਾਨੂੰ ਤੁਹਾਡੇ ਨਾਲ ਕੋਈ ਨਫ਼ਰਤ ਨਹੀਂ, ਈਰਖਾ ਨਹੀਂ ਹੈ। ਅਸੀਂ ਤਾਂ ਉਹੀ ਬਾਣੀ ਲਿਖ ਰਹੇ ਹਾਂ ਜਿਹਦੇ ਬਾਰੇ ਗੁਰੂ ਪਿਤਾ ਜੀ ਕਹਿ ਕੇ ਗਏ ਨੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮਿਲਾ ਲੋ। ਇਹ ਜਿਹੜੇ ਰੱਬੀ ਪਿਆਰੇ ਭਗਤ ਨੇ ਇਹਨਾਂ ਦੇ ਬੋਲ ਨਹੀਂ, ਇਹ ਖਸਮ ਦੇ ਬੋਲ ਨੇ ਜਿਹੜੇ ਇਹਦੇ ਵਿੱਚ ਅੰਕਿਤ ਹੋ ਰਹੇ ਆ। ਬਸ ਪ੍ਰਗਟ ਉਹਨਾਂ ਸਰੀਰਾਂ ਰਾਹੀਂ ਹੋਏ। ਗੁੱਸੇ ਹੋ ਕੇ ਚਲੇ ਗਏ, ਕਹਿੰਦੇ ਅਸੀਂ ਤੁਹਾਡੇ ਉੱਪਰ ਮੁਕੱਦਮਾ ਦਰਜ ਕਰਾਵਾਂਗੇ, ਅਸੀਂ ਤੁਹਾਡੇ ਉੱਪਰ ਸਖਤਾਈ ਕਰਾਵਾਂਗੇ। ਮਹਾਰਾਜ ਕਹਿੰਦੇ ਜੇ ਪਹੁੰਚ ਜਾਓਗੇ ਤੇ ਕਰਾ ਲਿਓ। ਉਹ ਰਸਤੇ ਵਿੱਚ ਹੀ ਬਹੁਤ ਤੇਜ਼ ਹਨੇਰੀ ਆ ਗਈ ਤੇ ਰੱਥ ਜਿਹੜਾ ਸੀ ਉਸ ਨੂੰ ਚਲਾਉਣ ਵਾਲੇ ਘੋੜੇ ਡਰ ਗਏ, ਰੱਥ ਪਲਟ ਗਿਆ ਤੇ ਇਹਦੀ ਛੱਜੂ ਦੀ ਮੌਤ ਹੋ ਗਈ। ਇਹਦੀ ਮੌਤ ਦਾ ਸਾਰਾ ਦੋਸ਼ ਚੰਦੂ ਨੇ ਜਹਾਂਗੀਰ ਨੂੰ ਕਹਿ ਕੇ ਗੁਰੂ ਅਰਜਨ ਦੇਵ ਜੀ ਦੇ ਉੱਪਰ ਮੜ ਦਿੱਤਾ ਕਿ ਉਹਨਾਂ ਨੇ ਮੇਰੇ ਚਚੇਰੇ ਭਰਾ ਦਾ ਪ੍ਰਸਿੱਧ ਭਗਤ ਦਾ ਕਤਲ ਕਰਵਾ ਦਿੱਤਾ। ਸੋ ਕਹਿਣ ਤੋਂ ਭਾਵ ਹੈ ਕਿ ਬਾਣੀ ਭਾਵੇਂ ਭਗਤ ਸਾਹਿਬਾਨਾਂ ਦੀ ਹੈ ਪਰ ਵਿਚਾਰਧਾਰਾ ਅਕਾਲ ਪੁਰਖ ਦੀ ਹੈ। ਗੁਰੂ ਅਰਜਨ ਦੇਵ ਜੀ ਨੇ ਸਰਲੇਖ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਕਿਤ ਕਰ ਦਿੱਤਾ। ਆਓ ਦੇ ਬੋਲ ਵਿੱਚ ਭਗਤ ਰਵਿਦਾਸ ਜੀ ਫਰਮਾਨ ਕਰਦੇ ਮਾਧਵੇ ਕਿਆ ਕਹੀਏ ਭ੍ਰਮ ਐਸਾ। ਕਹਿੰਦੇ ਹੀ ਮਾਧਵੇ ਅਕਾਲ ਪੁਰਖ ਵਾਹਿਗੁਰੂ ਕੀ ਕਹੀਏ, ਕਿਹੋ ਜਿਹਾ ਭੁਲੇਖਾ ਪਿਆ ਹੋਇਆ ਹੈ ਮਨ ਵਿੱਚ, ਮਨ ਦੁਬਿਧਾ ਵਿੱਚ। ਜੈਸਾ ਮਾਨੀਏ ਹੋਏ ਨਾ ਤੈਸਾ। ਅਸੀਂ ਸੰਸਾਰ ਨੂੰ, ਪਰਿਵਾਰ ਨੂੰ, ਸਮਾਜ ਨੂੰ ਜੋ ਮੰਨੀ ਬੈਠੇ ਹਾਂ, ਅਸਲ ਵਿੱਚ ਸੱਚ ਤਾਂ ਇਹ ਹੈ ਵੀ ਉਸ ਤਰ੍ਹਾਂ ਦਾ ਹੈ ਨਹੀਂ। ਜਿਸ ਤਰ੍ਹਾਂ ਦਾ ਦਿਖਦਾ ਹੈ ਕਿ ਬੜਾ ਸੁਖਦਾਈ ਹੈ, ਇੱਥੇ ਬੜਾ ਪਿਆਰ ਹੈ, ਇੱਥੇ ਬੜੀ ਮੁਹੱਬਤ ਹੈ, ਪਰ ਅਸਲ ਵਿੱਚ ਹਕੀਕਤ ਤਾਂ ਇਹ ਹੈ ਵੀ ਇੱਥੇ ਸੰਸਾਰ ਵਿੱਚ ਮਨੁੱਖ ਦਾ ਆਪਣਾ ਕੁਛ ਵੀ ਨਹੀਂ। ਇਸ ਸੰਸਾਰ ਵਿੱਚ ਆਪਣਾ ਕੋਈ ਵੀ ਨਹੀਂ ਹੈ, ਕਿਉਂਕਿ ਇਸ ਸੰਸਾਰ ਦੀ ਸਾਰੀ ਰਚਨਾ ਸਵਾਰਥ ਦੇ ਉੱਤੇ ਟਿਕੀ ਹੈ। ਹੋਰ ਤਾਂ ਹੋਰ ਛੱਡੋ, ਸਭ ਤੋਂ ਨੇੜਲਾ ਰਿਸ਼ਤਾ ਤੇ ਮਾਂ ਦਾ ਹੈ ਨਾ। ਤੇ ਕਹਿੰਦੇ ਮਾਂ ਦਾ ਪਿਆਰ ਵੀ ਸਵਾਰਥ ਤੇ ਟਿਕਿਆ ਹੈ। ਜਿਉਂ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਕਹਿੰਦੇ ਸੁੱਤ ਦੀ ਆਸ, ਪੁੱਤਰ ਦੀ ਆਸ ਲੈ ਕੇ ਮਾਂ ਆਪਣੇ ਉਦਰ 'ਚ ਬਾਲਕ ਪਾਲਦੀ ਹੈ, ਕਿਉਂਕਿ ਵੱਡਾ ਹੋਵੇਗਾ, ਕਮਾਵੇਗਾ ਤੇ ਮੇਰਾ ਬੁਢੇਪਾ ਆਸਾਨੀ ਨਾਲ ਗੁਜ਼ਰ ਜਾਵੇਗਾ। ਸਵਾਰਥ ਹੈ ਤੇ ਜੇ ਨਹੀਂ ਕਮਾਉਂਦਾ ਤੇ ਮਾਪੇ ਵੀ ਬੇਦਖਲ ਕਰ ਦਿੰਦੇ। ਕਹਿੰਦੇ ਜਨਮ ਦੇਣ ਵਾਲੀ ਬੇਦਖਲ ਕਰ ਦਿੰਦੇ, ਉਹ ਤੇ ਦੂਰ ਗੱਲ ਰਹੀ। ਹੁਣ ਤੇ ਜਨਮ ਦੇ ਕੇ ਮਾਪੇ ਨਿੱਕੇ ਨਿੱਕੇ ਨਿਆਣੇ ਰੁਲਦੇ ਛੱਡ ਦਿੰਦੇ ਤੇ ਆਪਣੇ ਫੈਸਲੇ ਕਰ ਲੈਂਦੇ ਆ। ਕਹਿੰਦੇ ਭੁਲੇਖਾ ਤਾਂ ਇਹ ਹੈ ਵੀ ਸੰਸਾਰ ਬਹੁਤ ਪਿਆਰਾ ਹੈ, ਪਰ ਅਸਲ ਵਿੱਚ ਕੀ ਹੈ, ਇਸ ਸੰਸਾਰ ਦੇ ਵਿੱਚ ਸਾਰਾ ਸਵਾਰਥ ਖੜਾ ਹੋਇਆ ਹੈ। ਕਹਿੰਦੇ ਇਹ ਸਭ ਕੁਝ ਜਾਣ ਕੇ ਹੁਣ ਅਸੀਂ ਆਪਣੀ ਸੋਚ ਬਦਲ ਲਈਏ। ਸੋਚ ਕਿਹੜੀ ਬਣਾ ਲਈ ਹੈ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਕਹਿੰਦੇ ਅੱਗੇ ਮੈਂ ਕਰਦੇ ਹੁੰਦੇ, ਮੈਂ ਦੇਖਦਾ, ਮੈਂ ਬੋਲਦਾ, ਮੈਂ ਸੁਣਦਾ। ਕਹਿੰਦੇ ਜਦੋਂ ਮੈਂ ਕਰਦੇ ਸੀ, ਜਬ ਹਮ ਹੋਤੇ, ਜਦੋਂ ਮੇਰੇ ਅੰਦਰ ਮੈਂ ਸੀ, ਤਬ ਤੂੰ ਨਾਹੀ, ਉਦੋਂ ਤੂੰ ਨਹੀਂ ਸੀ ਦਿਸਦਾ। ਅਬ ਤੂੰ ਹੀ ਮੈਂ ਨਾਹੀ, ਕਹਿੰਦੇ ਹੁਣ ਤੁਸੀਂ ਦਿਸਦੇ ਹੋ, ਹੁਣ ਮੈਂ ਨਹੀਂ ਰਹਿ ਗਈ। ਤੂੰ ਕਰਤਾ ਤੂੰ ਭਇਆ, ਮੁਝ ਮੇਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੁਣ ਸਮਝ ਆਈ, ਤੂੰ ਕਰਦਿਆਂ ਤੇਰਾ ਹੀ ਰੂਪ ਹੋ ਗਏ।
ਹੁਣ मैं मर गई है ते केवल तुसी ही हो। कबीर साहब कहते कबीर जाको खोजते पायो सोई ठौर सोई फिर कै तू भया जाको कहता। और कबीर साहब कहते जिस रब नूं होर कहंदे सी ना भी रब हाँ भी आपां कहने वो रब तां वेखदा ही है ना, कहंदे वो रब दे बारे हुण पता लग गया भी वो रब मैं ही हाँ, वो मेरे विच ही है। जाको खोजते जिन्हों लभदे फिरदे सी पायो सोई ठौर, उन्होंने अपने विचों ही लभ लिया। सोई फिर के तू है जाको कहता। और ओही रूप अंदरों प्रगट हो गया जिन्हों कदे बगाना समझते सी। कहते हुण समझ आई है कि परमात्मा ही इस संसार विच इयों वसिया है। अनल अगम जैसे लहर में उदद जल केवल जल माही। कहते पहला असी संसार नाल अपनियां नाल मोह करते सी ते दूसरियां नाल नफरत करते सी। जिन्हां नाल मोह करते सी आखिर उन्हां तो भी कुछ नहीं मिलिया, जिन्हां नाल नफरत करते सी विगाड़िया उन्हां भी कुछ नहीं है। ये मन दे ही फैसले सी। कहते हुण असी जो अपने आप नूं बदलिया उहदे बदलन करके सिट्टा यह निकलिया भी हुण ना कोई अपना लगदा ते ना कोई बगाना लगदा है। सारे रब दी चीज आपदे ने, ना किसी ते कोई शिकवा है ना किसी तो कोई उम्मीद है। ये उम्मीद नहीं कि कोई मेरा कुछ सवारेगा, ये शिकवा भी नहीं भी कोई मेरा कुछ बिगाड़ देगा। कहते हुण संसार इउं दिसदा है अनल अगम जैसे लहर में ओदद। कहते तेज तूफान आया समुंदर लहरां नाल नको नक भर गया। पर सच तो यह है भी वो लहरां कोई वखरा चीज रूप नहीं है। जदों तूफान थम जाएगा वो पानी पानी विच ही रल जाएगा। इवें सारा संसार निरंकार विचों स्पष्ट प्रगट होया है। समय नाल सब कुछ निरंकार विच समा जाएगा। रहाओ तो अगे कृपा कर दे नरपत सिंहासन सोया सुपने भया भिखारी। कहते असल विच की हुंदा है जदों मनुख सच्चाई तो वाकफ नहीं हुंदा उदों दुख भोगदा। कहते एक राजा सिंघासन ते बैठा उहदी अख लग गई तो सुपने चों भिखारी बन गया, भीख मंगदा है। पर जदों जाग आई तो वेखिया भी मैं तो राजा है, मैं भिखारी थोड़ी हाँ। हुण इहदा कहण दा मतलब है भगत रविदास जी कहते आपां सारे ही राजे हाँ, सुत्ते हाँ आत्मक तौर पर। जिन्हों पता लग गया जाग गया भी मैं तो अकाल पुरख दे पुत्र धीआं सी तां उन्होंने कदे जापना ही नहीं भी मैनू कोई कमी आ, मैनू कोई थोड़ों आ। मैं तो बहुत खुश हाँ क्योंकि मैं तो अकाल पुरख का संबंध रखण वाला, उहदा रिश्ते जुड़न वाला हाँ, उहदा बच्चा हाँ। कहते जदों तक राजा सुत्ता सी सुपने च दुख भोग रहा सी, भिखारी बनिया सी, जदों उहनूं जाग आई तो सच च राजा सी। बाणी ने तां ही तो सानू वार वार कहा है जाग लेहो रे मना जाग लेहो कहाँ गाफल सोया। मेरे मन अन दिन जाग हर चेत अपनी खेती राख लै कूंज पड़ेगी खेत। कहते जाग अपने आप को बचा ला। जदों जाग आवे फिर मनुख के दुख मुक जाते हैं। पर आम तौर पर जाग नहीं आती, मनुख सुता ही रहिंदा है। जागदा कदों जदों जम दियो दमामा आए। हुण कोई बंदा सुता जोर दी उहदे कोल खड़का होवे वो जाग पैंदा। आत्मक तौर पर सुता बंदा उदों जागदा है जदों जम आके दमामा खड़का देंदे भी असीं तैनूं लैण आए। पर उस वेले जागिया फिर काम नहीं आउंदा। असल च बाणी सुन के शब्द सुन के मन जागे तो फिर महाराज जी कहते दुख मुक जाते। अशत राज विशरत दुख पाया सोगत भई हमारी। जिमें राजे ने सुपने च भिखारी बन के दुख पाया उवें असी आत्मक तौर पर अविद्या की नींद सुते हुए इस संसार के दुख सुख नूं भोग रहे हैं। जदों आत्मक तौर पर जाग पे फिर असी भाणे विच ते आनंद विच अपना जीवन बतीत करांगे। अगे कृपा करदे राज भुयंग प्रसंग जैसे है आब कश मरम जनाया। मरम दा अर्थ भेद। कहंदे हुण कश थोड़ा जिहा भेद समझ विच आया। कहंदे राज भुयंग प्रसंग जैसे। राज रस्सी नूं कहंदे, भुयंग सप नूं कहंदे। हनेरा होवे ना जदों उदों कोई रस्सी भी पई होवे ते ऐ लगदा सप पिया होया, बंदे नूं भुलेखा पै जांदा। ते जदों उस हनेरे नूं असीं चानण च बदल दईए, लाइट ऑन कर दईए तो बंदा कहंदा लै रस्सी सी, मैं एवें डरी जांदा सी, ये सप नहीं। इवें संसार विच जदों तक सानूं गुरबिन घोर अंधार है ना उदों तक बहुत सारिया चीज़ां डरावनियां लगदियां ने, बहुत सारिया चीज़ां दुख देण वालियां लगदियां ने।
पर जदों गुरु बख्शिश नाल अंदरों रोशनी मिल जाए फिर समझ आ जाती भी कुछ भी डरावना नहीं। जिवें मौत ही आ, बड़ी डरावनी लगती है, जिवें रस्सी पई सप जापदी बंदा डरदा, तो जदों लाइट जगी चानन होया नहीं रस्सी है आम जी चीज़ है, कोई डर नहीं डरन दी। जदों गुरु वालों बख्शिश हुई ज्ञान मिलिया फिर कहना मौत ये तो आम चीज़ है, तो डरन की लोड़ है। चिंता ता की कीजिए जो अनहोनी होए, यो मार्ग संसार को नानक थिर नहीं कोय। अनक कटक जैसे भूल परे अब कहते कहन ना आया। कहते हुण जिहड़ा मरम ज्ञान आया ना ਉਹਦੇ ਨਾਲ ਇਹ पता लगा है अनक कटक जैसे भूल परे अब कहते कहन ना आया। जिमें सोना ਉਹਦੇ गहने ये वखरे वखरे वखरिया किस्मां जापदियां, पर हकीकत विच वो कुछ वखरा नहीं। महाराज कहते असल च संसार विच असी मिथ्या है, ये बंदा चंगा है माड़ा है उच्ची जात है नीवी जात है, असल च कुछ इदा नहीं है। सब मह जोत जोत है सोए तिस दै चानण, सब मह चानण होए। प्यार करना सिख, जे सारी मानवता नाल प्यार करना आ गया, जिन प्रेम कियो तिन ही प्रभ पायो। सर्वे एक अनेकै स्वामी सब घट भोग वै सोई। सारिਆਂ ਵਿੱਚ एक ही स्वामी मालक है, सारिਆਂ ਵਿੱਚ ਉਹ आप ही वसदा है। सबै घट राम बोलै रामा बोलै, राम बिना को बोलै रे। एकल माटी कुंचर चीटी भाजन है बहु, नाना रे अस्थावर जंगम कीट पतंगम घट घट राम समाना रे। एकल चिंता राख अनंता और तजो सब आसा रे, प्रणवै नामा भय निहकामा को ठाकुर को दासा रे। कहते कौन मालक कौन नौकर कुछ फर्क नहीं है, सारे एक ही रूप हैं। कह रविदास हाथ पै नेरे सहजे होए सो होई। कहते रब दूर नहीं है, अपने हाथ ते पैर तो दूर हो सकते अपने तो, इदों भी नेड़े है परमात्मा। जे कोई उस परमात्मा नूं प्यार नाल देखे तो उन्होंने कितों दूर लभण जाण दी लोड़ नहीं है। हदूर कत दूर बतावो धुंदर बंद हो सुंदर पावो। धुंदर बंधना पवेगा, ये जिहड़ियां इंद्रियां भजदियां ने ना इन्हां नूं रोकना पवेगा। जिदन ये पैना तक अखां कन जुबान होर पासे दौड़दी है, उदों तक कोल हुंदा परमात्मा भी नहीं दिसेगा। जदों इन्हां ते मनुख नूं कंट्रोल करना आ गया उस दिन रब मिल पैना है। शेख फरीद जी कहते बहुत लंबे समय की तो गल ही नहीं, आज मिलावा शेख फरीद टाकम कुंजड़ियाँ मनहु मचिंदड़ियाँ। ਜਿਹੜੀਆਂ मन पिछे लग के तेरिया कुंजा इंदरियाँ बाहर ਨੂੰ ਭੱਜਦੀਆਂ ने ना, इन्हां नूं रोक लै। गारंटी है कि अज ही रब मिल पवेगा, बहुत ही लंबी गल ही नहीं है। हुण फैसला तेरे हथ है भी तू अपने ते कंट्रोल करना है या नहीं करना। ये महाराज जी ने अज किरपा की है। विचार करदियां होइयां गलतियां भुलां दी संगत जी माफ़ी बख्शो। आओ समाप्ति करिए जी। सर्वे एक अनेकै स्वामी सब घट भोग वै सोई। कह रविदास हाथ पै नेरै सहजे होए सो होई। वाहिगुरु जी का खालसा वाहिगुरु जी की फतेह। रामकली महला तीजा। आनंद एक ओंकार सतगुर प्रसाद। आनंद भया मेरी माए सतगुरु मैं पाया। सतगुर ता पाया सहज सेती मन वजिया वधाइया। राग रतन परवार परिया शब्द गावण आईया। शब्दों ता गावहो हरि केरा मन जिनी वसाया। कह नानक आनंद होआ सतगुरु मैं पाया। ए मन मेरिया तू सदा रहो हर नाले। हर नाल रहो तू मन मेरे दुख सब विसारना। अंगीकार हो करे तेरा कारज सब कारणा। सबना गल्ला समरथ स्वामी सो क्यों मन हो विसारे। कह नानक मन मेरे सदा रहो हार नाले। साचे साहिबा क्या नाही घर तेरा। घर तां तेरा सब किश है जिस देह सो पावे। सदा सिफत सलाह तेरी नाम मन वसावे।
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੀਰੈ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ ਕਰ ਸਾਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ। ਅਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।